This is Mandeep Singh. I am teacher in Guru Har Gobind Public High School, Fatehgarh. Today we will discuss the class 8th subject science, first chapter crop protection and management. Next part of chapter. Now let's start. Harvesting. It is normally taken about 3 or 4 months for a food crop to mature. Lush green wheat fields and paddy fields turn to golden yellow at the end of period. ਜਦੋਂ ਆਪਾਂ ਫਸਲ ਬੀਜਦੇ ਹਾਂ, ਠੀਕ ਹੈ, ਉਹਨੇ ਉੱਗਣਾ ਹੈ ਫਸਲ ਨੇ, ਉਸ ਤੋਂ ਬਾਅਦ ਕੀ ਉਹਦਾ 3 to 4 ਮੰਥ ਪੀਰੀਅਡ ਹੁੰਦਾ, ਜਿਹਦੇ ਵਿੱਚ ਕੀ ਹੁੰਦਾ, ਉਹ ਮੈਚਿਓਰ ਹੋ ਜਾਂਦੀ ਹੈ ਅਤੇ ਉਸਦਾ ਜੋ ਗਰੀਨ ਕਲਰ ਹੈ ਉਹ ਯੈਲੋ ਕਲਰ ਦੇ ਵਿੱਚ ਟਰਨ ਕਰ ਜਾਂਦਾ ਹੈ ਐਂਡ ਪੀਰੀਅਡ ਦੇ ਉੱਪਰ. ਦਿਸ ਚੇਂਜ ਇਨ ਕਲਰ ਫਰੋਮ ਗਰੀਨ ਟੂ ਗੋਲਡਨ ਇਜ਼ ਡਿਊ ਟੂ ਮੈਚਿਓਰਿਟੀ ਆਫ ਕ੍ਰੌਪ. ਇਹ ਕਲਰ ਕਿਉਂ ਚੇਂਜ ਹੁੰਦਾ, ਕਿਉਂਕਿ ਜਦੋਂ ਗਰੀਨ ਕਲਰ ਦੇ ਵਿੱਚ ਕੋਈ ਮਤਲਬ ਫਸਲ ਹੈ ਉਹ ਕੀ ਹੈ, ਮੈਚਿਓਰ ਹੋ ਰਹੀ ਹੈ. ਮੈਚਿਓਰ ਮਤਲਬ ਉਹ ਪੱਕਦੀ ਜਾਂਦੀ ਹੈ ਅਤੇ ਐਂਡ ਵਿੱਚ ਕਿਹੜੇ ਕਲਰ ਵਿੱਚ ਚੇਂਜ ਹੋ ਜਾਂਦੀ ਹੈ, ਗੋਲਡਨ ਕਲਰ ਦੇ ਵਿੱਚ. ਦ ਕਟਿੰਗ ਐਂਡ ਗੈਦਰਿੰਗ ਆਫ ਮੈਚਿਓਰਡ ਫੂਡ ਕ੍ਰੌਪ ਇਜ਼ ਕਾਲਡ ਹਾਰਵੈਸਟਿੰਗ. ਜਦੋਂ ਆਪਾਂ ਉਸ ਫਸਲ ਨੂੰ ਕੱਟਦੇ ਹਾਂ, ਕੱਟਣ ਤੋਂ ਬਾਅਦ ਉਹਨੂੰ ਇਕੱਠੀ ਕਰਦੇ ਹਾਂ, ਇਸ ਪੂਰੀ ਪ੍ਰਕਿਰਿਆ ਨੂੰ ਕੀ ਬੋਲਦੇ ਹਾਂ, ਹਾਰਵੈਸਟਿੰਗ. ਇਨ ਹਾਰਵੈਸਟਿੰਗ ਦਾ ਕ੍ਰੌਪਸ ਲਾਈਕ ਵੀਟ ਔਰ ਰਾਈਸ ਆਰ ਕੱਟ ਕਲੋਜ਼ ਟੂ ਗਰਾਊਂਡ ਬਾਈ ਹੈਂਡ ਯੂਜ਼ਿੰਗ ਦ ਕਟਿੰਗ ਆਫ ਟੂਲ ਕਾਲਡ ਸਿੱਕਲ. ਇਹਨਾਂ ਫਸਲਾਂ ਨੂੰ ਕੱਟ ਕਰਨ ਲਈ, ਚਾਹੇ ਉਹ ਕਣਕ ਹੋਵੇ ਚਾਹੇ ਉਹ ਜੀਰੀ ਵਗੈਰਾ ਆਪਾਂ ਲਗਾਉਂਦੇ ਹਾਂ, ਠੀਕ ਹੈ, ਇੰਸਟਰੂਮੈਂਟ ਦੀ ਵਰਤੋਂ ਕਰਦੇ ਉਹਨੂੰ ਬੋਲਦੇ ਹਾਂ ਸਿੱਕਲ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਨੇ ਦਾਤੀ. ਦਿਸ ਇਜ਼ ਕਾਲਡ ਮੈਨੂਅਲ ਹਾਰਵੈਸਟਿੰਗ ਇਨ ਲਾਰਜ ਫੀਲਡ. ਇਹਨੂੰ ਆਪਾਂ ਕੀ ਹੈ, ਇਹ ਆਪਣੇ ਹੱਥ ਦੁਆਰਾ ਕਟਾਈ ਕੀਤੀ ਜਾਂਦੀ ਹੈ ਫਸਲ ਦੀ. ਪਰ ਵੱਡੇ ਖੇਤਾਂ ਵਿੱਚ ਲਾਰਜ ਫੀਲਡ ਵਿੱਚ ਕੀ ਹੁੰਦਾ ਹੈ, ਤਾਂ ਵੀਟ ਐਂਡ ਪੈਡੀ ਕ੍ਰੌਪਸ ਆਰ ਕੱਟ ਬਾਈ ਦਾ ਮੋਟਰਾਈਜ਼ ਮਸ਼ੀਨ ਕਾਲਡ ਹਾਰਵੈਸਟਰ, ਜਿਹਨੂੰ ਆਪਾਂ ਕੰਬਾਈਨ ਵੀ ਕਹਿੰਦੇ ਹਾਂ. ਆਫਟਰ ਹਾਰਵੈਸਟਿੰਗ ਦਾ ਕ੍ਰੌਪ ਦਾ ਨੈਕਸਟ ਸਟੈਪ ਇਜ਼ ਥ੍ਰੈਸ਼ਿੰਗ. ਜਦੋਂ ਆਪਾਂ ਫਸਲ ਨੂੰ ਕੱਟ ਲੈਂਦੇ ਹਾਂ ਅਤੇ ਉਸ ਤੋਂ ਅਗਲਾ ਸਟੈਪ ਕੀ ਹੁੰਦਾ, ਥ੍ਰੈਸ਼ਿੰਗ. ਦਾ ਪ੍ਰੋਸੈਸ ਆਫ ਬੀਟਿੰਗ ਆਊਟ ਦਾ ਗ੍ਰੇਨ ਫਰੋਮ ਦਾ ਹਾਰਵੈਸਟਡ ਕ੍ਰੌਪ ਪਲਾਂਟ ਇਜ਼ ਕਾਲਡ ਥ੍ਰੈਸ਼ਿੰਗ. ਥ੍ਰੈਸ਼ਿੰਗ ਮੀਨ ਜਿਹੜੀ ਫਸਲ ਕੱਟ ਲਈ ਉਹਦੇ ਵਿੱਚ ਆਪਾਂ ਨੇ ਕੀ ਕੱਢਣੇ ਆ, ਦਾਣਿਆਂ ਨੂੰ ਅਲੱਗ ਕਰਨਾ ਅਤੇ ਤੂੜੀ ਪਰਾਲੀ ਨੂੰ ਅਲੱਗ ਕਰਨਾ. ਉਸ ਪੂਰੀ ਪ੍ਰਕਿਰਿਆ ਨੂੰ ਕੀ ਬੋਲਦੇ ਆ, ਹਾਰਵੈਸਟਿੰਗ, ਥ੍ਰੈਸ਼ਿੰਗ. Threshing is done to taken out of grain from its outer covering called chaff. In traditional method of threshing, the harvested crop is spread on the ground in a small area and various cattle like bullock, buffaloes. ਪੁਰਾਣੇ ਸਮੇਂ ਵਿੱਚ ਕੀ ਸੀ, ਉਸ ਫਸਲ ਨੂੰ ਕੀ ਹੈ, ਧਰਤੀ ਉੱਪਰ ਉਹਦੇ ਢੇਰ ਲਗਾ ਦਿੱਤੇ ਹੁੰਦੇ ਸੀ ਅਤੇ ਉਹਨਾਂ ਉੱਪਰ ਕੀ ਮਤਲਬ ਚੜ੍ਹਾਈ ਜਾਂਦੀ ਸੀ, ਬਲਦ ਵਗੈਰਾ, ਅਤੇ ਉਹਨਾਂ ਬਲਦ ਕੀ ਉਹਨੂੰ ਗਾਉਂਦੇ ਸੀਗੇ ਅਤੇ ਉਹਦੇ ਵਿੱਚੋਂ ਫਿਰ ਕੀ ਨਿਕਲਦੀ ਸੀ, ਦਾਣੇ ਅਲੱਗ ਹੋ ਜਾਂਦੇ ਸੀ ਅਤੇ ਜੋ ਤੂੜ ਪਰਾਲੀ ਹੈ ਉਹ ਕੀ ਹੈ, ਇੱਕ ਪਾਸੇ ਹੋ ਜਾਂਦੀ ਸੀ. But in larger farm, a motorized machine called thresher or combine is used today. But at the present time, ਅੱਜ ਦੇ ਸਮੇਂ ਵਿੱਚ ਕੀ ਹੈ, ਮਾਡਰਨ ਟੈਕਨੋਲੋਜੀ ਵਿੱਚ ਕੀ ਹੈ, ਕੰਬਾਈਨ ਦਾ ਯੂਜ਼ ਕਰਕੇ ਆਪਾਂ ਕੀ ਹੈ, ਦਾਣੇ ਨੂੰ ਅਲੱਗ ਕਰ ਦਿੰਦੇ ਹਾਂ ਅਤੇ ਜਿਹੜਾ ਆਪਣੇ ਕੋਲ ਤੂੜੀ ਪਰਾਲਾ ਹੁੰਦਾ ਉਹ ਪਿੱਛੇ ਅਲੱਗ ਡਿੱਗੀ ਜਾਂਦਾ. ਥਰੂ ਦਾ ਪ੍ਰੋਸੈਸ ਆਫ ਥ੍ਰੈਸ਼ਿੰਗ bring out grain from the cut and dried crop plant, but the grain is mixed with chaff and has to be cleaned by the separating from chaff. The process of separating of grain from chaff is called winnowing. ਵਿਨੋਇੰਗ ਮੀਨ ਜਦੋਂ ਆਪਾਂ ਕੀ ਹੈ, ਤੂੜੀ ਅਤੇ ਦਾਣੇ ਇਕੱਠੇ ਹੋ ਜਾਂਦੇ ਆ, ਫਿਰ ਉਹਨੂੰ ਹਵਾ ਦੇ ਵਿੱਚ ਉਡਾ ਕੇ ਦਾਣੇ ਅਲੱਗ ਕਰ ਲੈਂਦੇ ਹਾਂ ਅਤੇ ਤੂੜੀ ਉਹਦੇ ਵਿੱਚ ਅਲੱਗ ਹੋ ਜਾਂਦੀ ਹੈ. ਇਸ ਪੂਰੀ ਪ੍ਰਕਿਰਿਆ ਨੂੰ ਕੀ ਬੋਲਦੇ ਹਾਂ ਆਪਾਂ, ਵਿਨੋਇੰਗ. ਵਿਨੋਇੰਗ ਵਿੱਚ ਹੁੰਦਾ ਕੀ ਹੈ, ਵੈਨ ਦਾ ਗ੍ਰੇਨ ਮਿਕਸ ਵਿਦ ਚਾਫ ਮੇਡ ਟੂ ਫਾਲ ਡਾਊਨ ਹਾਈਟ ਐਂਡ ਬਲੋਇੰਗ ਵਿੰਡ, ਦਾ ਗ੍ਰੇਨ ਬੀਂਗ ਹੈਵੀ ਇਜ਼ ਫਾਲ ਸਟ੍ਰੇਟ ਟੂ ਦਾ ਗਰਾਊਂਡ. ਜਦੋਂ ਆਪਾਂ ਫੋਰ ਐਗਜ਼ਾਮਪਲ ਵਿਨੋਇੰਗ ਪ੍ਰਕਿਰਿਆ ਆਪਾਂ ਕਿਸ ਚੀਜ਼ ਨਾਲ ਕਰਦੇ ਹਾਂ, ਛੱਜ ਨਾਲ. ਆਮ ਘਰਾਂ ਵਿੱਚ ਛੱਜ ਹੁੰਦੇ ਨੇ, ਛੱਜ ਵਿੱਚ ਆਪਾਂ ਕੀ ਪਾ ਲੈਂਦੇ ਹਾਂ, ਕਣਕ ਪੱਤੇ ਤੂੜੀ ਕੱਟੀ ਮਿਕਸ ਹੁੰਦੀ ਉਹ ਪਾ ਲੈਂਦੇ ਹਾਂ, ਫਿਰ ਉਹਨੂੰ ਆਰਾਮ ਨਾਲ ਹਿਲਾਉਂਦੇ ਹਾਂ. ਹਿਲਾਉਣ ਤੋਂ ਬਾਅਦ ਕੀ ਹੁੰਦਾ, ਜਦੋਂ ਹਵਾ ਚੱਲਦੀ ਹੈ, ਜਿਹੜੇ ਗ੍ਰੇਨਸ ਨੇ ਉਹ ਹੈਵੀ, ਉਹਨਾਂ ਦਾ ਵੇਟ ਹੈਵੀ, ਉਹ ਈਜ਼ਲੀ ਕੀ ਹੈ, ਗਰਾਊਂਡ ਦੇ ਉੱਪਰ ਡਿੱਗੀ ਜਾਂਦੇ ਆ ਅਤੇ ਉਹਦੇ ਵਿੱਚ ਤੂੜੀ ਕੀ ਹੈ, ਇੱਕ ਪਾਸੇ ਉੱਡੀ ਜਾਂਦੀ ਹੈ. These days combines are being used to large farms for the harvesting. A combine is a huge machine which cut the standing seed crop. combine ਇੱਕ ਵੱਡੀ ਮਸ਼ੀਨ ਹੈ ਜੋ ਕੀ ਹੈ, ਖੜੀ ਫਸਲ ਨੂੰ ਕੱਟ ਕਰਦੀ ਹੈ, ਦਾਣਿਆਂ ਨੂੰ ਇੱਕ ਅਲੱਗ ਪਾਸੇ ਕਰੀ ਜਾਂਦੀ ਹੈ, ਪਲੱਸ ਜੋ ਦੋ ਤੂੜੀ ਹੁੰਦੀ ਹੈ, ਪਰਾਲੀ ਹੁੰਦੀ ਹੈ, ਉਹਨੂੰ ਪਿੱਛੇ ਸੁੱਟੀ ਜਾਂਦੀ ਹੈ. ਫਰੋਮ ਗ੍ਰੇਨ ਐਂਡ ਵਨ ਆਪਰੇਸ਼ਨ. ਦਿਸ ਗ੍ਰੇਨ ਇਜ਼ ਕਲੀਨ ਐਂਡ ਕੈਨ ਬੀ ਡਾਇਰੈਕਟਲੀ ਫਿਲਡ ਇਨ ਦਾ ਗਨੀ ਬੈਗਸ. ਜੋ ਇਹ ਦਾਣੇ ਹੁੰਦੇ ਆ ਉਹਨਾਂ ਨੂੰ ਕੀ ਹੈ, ਫਿਰ ਬੈਗਸ ਦੇ ਵਿੱਚ ਸਟੋਰ ਕੀਤਾ ਜਾਂਦਾ. ਵਨ ਆਫ ਦਾ ਡਿਸਐਡਵਾਂਟੇਜ ਆਫ ਯੂਜ਼ਿੰਗ ਦਾ ਮਸ਼ੀਨਸ ਲਾਈਕ ਕੰਬਾਈਨਸ ਡੈਟ ਇਟ ਰਿਡਿਊਸ ਦਾ ਯੀਲਡ ਆਫ which is used to and fodder for cattle. This is because combine cut only the upper part of standing crop, not from the near ground. Because ਇੱਕ ਇਹਦੀ ਡਿਸਐਡਵਾਂਟੇਜ ਵੀ ਹੈ ਕਿ ਜਿਹੜੀ ਕੰਬਾਈਨ ਹੈ ਉਹ ਸਿਰਫ ਉੱਪਰੋਂ ਕੀ ਫਸਲ ਨੂੰ ਕੱਟਦੀ, ਜੋ ਨੀਚੇ ਵਾਲਾ ਭਾਗ ਹੈ ਉਹ ਧਰਤੀ ਦੇ ਨਾਲ ਹੀ ਬਿਲਕੁਲ ਰਹਿ ਜਾਂਦਾ ਹੈ. Next ਹੈ harvest festival. When the crop mature and become ready to harvest, the field turn golden yellow. The sight of golden field of standing crops laden with grain.
ਫਿਲ ਦਾ ਹਾਰਟਸ ਆਫ ਫਾਰਮਰ ਵਿਦ ਜੋਏ। ਜਦੋਂ ਕਿ ਇਹ ਫਸਲ ਪੱਕ ਜਾਂਦੀ ਹੈ ਤਾਂ ਕਿਸਾਨਾਂ ਦੇ ਜਿਹੜੇ ਕੀ ਨੇ ਖੁਸ਼ ਹੋ ਜਾਂਦੇ ਆ। ਦ ਪੀਰੀਅਡ ਆਫ ਹਾਰਵੈਸਟ ਇਜ਼ ਆਫਨ ਗ੍ਰੇਟ ਜੋਏ ਐਂਡ ਹੈਪੀਨੈਸ ਇਨ ਦ ਪਾਰਟਸ ਆਫ ਇੰਡੀਆ। ਮੈਨ ਐਂਡ ਵੂਮਨ ਸੈਲੀਬ੍ਰੇਟ ਦਾ ਹਾਰਵੈਸਟਡ ਸੀਜ਼ਨ ਇਨ ਦ ਫਾਰਮ ਆਫ ਫੈਸਟੀਵਲ, ਜਿਵੇਂ ਵਿਸਾਖੀ ਹੈ, ਹੋਲੀ ਹੈ, ਬਿਹੂ ਹੈ, ਆਲ ਆਰ ਦਾ ਫੈਸਟੀਵਲਸ। ਇਹ ਸਾਰੇ ਫੈਸਟੀਵਲਸ ਬਣਾਏ ਜਾਂਦੇ ਆ ਮਤਲਬ ਫਾਰਮਰਸ ਦੁਆਰਾ, ਜਦੋਂ ਉਹਨਾਂ ਦੀ ਫਸਲ ਕੀ ਹੈ ਪੱਕ ਕੇ ਬਿਲਕੁਲ ਕੱਟਣ ਲਈ ਤਿਆਰ ਹੋ ਜਾਂਦੀ ਹੈ। ਜਦੋਂ ਹੁਣ ਦੇਖੋ ਫਸਲ ਪੱਕ ਗਈ ਹੈ ਨਾ, ਆਪਾਂ ਕੱਟ ਲਈ, ਫਸਲ ਕਿੱਥੇ ਪਹੁੰਚ ਗਈ ਆਪਣੀ ਮੰਡੀ ਵਿੱਚ। ਫਿਰ ਉਸ ਤੋਂ ਬਾਅਦ ਕੀ ਹੁੰਦਾ, ਸਟੋਰੇਜ ਆਫ ਫੂਡ ਗ੍ਰੇਨ, ਜੋ ਆਪਾਂ ਨੈਕਸਟ ਟੌਪਿਕ ਪੜ੍ਹਾਂਗੇ। The fresh food grain obtained by the harvesting of crop contain more moisture than required for the safe storage. The food grains obtained by harvesting the crops are dried in the sunshine. ਉਹਨਾਂ ਨੂੰ ਕੀ ਲਗਾਈ ਜਾਂਦੀ ਹੈ, ਧੁੱਪ ਲਗਾਈ ਜਾਂਦੀ ਹੈ ਤਾਂ ਜੋ ਉਹ ਖਰਾਬ ਨਾ ਹੋ ਸਕਣ। ਇਟ ਇਜ਼ ਨੈਸੈਸਰੀ ਟੂ ਰਿਡਿਊਸ ਦਾ ਮੋਇਸਚਰ ਕੰਟੈਂਟ। ਉਹਨਾਂ ਵਿੱਚੋਂ ਕੀ ਹੈ, ਮੋਇਸਚਰ ਕੀ ਹੁੰਦਾ, ਨਮੀ। ਉਹਨਾਂ ਦੇ ਵਿੱਚੋਂ ਮੋਇਸਚਰ ਕੰਟੈਂਟ ਨੂੰ ਰਿਡਿਊਸ ਕਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇ ਆਪਾਂ ਉਹਨਾਂ ਨੂੰ ਸਨਲਾਈਟ ਧੁੱਪ ਨਹੀਂ ਲਗਵਾਵਾਂਗੇ ਤਾਂ ਉਹ ਈਜ਼ਲੀ ਕਿ ਜਲਦੀ ਖਰਾਬ ਹੋ ਜਾਣਗੇ। ਉਹਨਾਂ ਵਿੱਚ ਕੀ ਪ੍ਰਮੋਟ ਹੋਣਗੇ, ਮਾਈਕਰੋ ਔਰਗੈਨਿਜ਼ਮ ਪ੍ਰਮੋਟ ਹੋਣੇ ਸ਼ੁਰੂ ਹੋ ਜਾਣਗੇ, ਜਿਹਨਾਂ ਨਾਲ ਕੀ ਹੋਏਗਾ, ਉਹ ਸਾਰੀ ਫਸਲ ਨੂੰ ਬਿਲਕੁਲ ਖਰਾਬ ਕਰ ਦੇਣਗੇ। ਦ ਫਾਰਮਰ ਸਟੋਰ ਦ ਡਰਾਈ ਫੂਡ ਗ੍ਰੇਨਸ ਐਟ ਹੋਮ ਇਨ ਮੈਟਲ ਬਿਨਸ ਐਂਡ ਜੂਟ ਬੈਗ। ਜੋ ਆਪਣੇ ਕੋਲ ਸਟੋਰੇਜ ਕੀਤੀ ਜਾਂਦੀ ਹੈ ਗ੍ਰੇਨਸ ਦੀ, ਉਹ ਕਾਹਦੇ ਵਿੱਚ ਕੀਤੀ ਜਾਂਦੀ ਹੈ, ਸਟੋਰੇਜ ਬੈਗ ਦੇ ਵਿੱਚ। ਡਰਾਈਡ ਨੀਮ ਲੀਵਸ ਆਰ ਯੂਜ਼ਡ ਫॉर ਸਟੋਰੇਜ ਫੂਡ ਗ੍ਰੇਨ ਐਂਡ ਫੂਡ। ਆਪਾਂ ਜਿਸ ਤਰ੍ਹਾਂ ਆਪਾਂ ਘਰਾਂ ਵਿੱਚ ਕੀ ਹੈ, ਕਣਕ ਦੇ ਢੋਲ ਭਰਦੇ ਆ, ਉਹਨਾਂ ਵਿੱਚ ਕੀ ਕੀਤਾ ਜਾਂਦਾ ਹੈ, ਕਣਕ ਨੂੰ ਬਾਈ ਸਟੋਰ ਕੀਤੇ ਉਹਨਾਂ ਵਿੱਚ ਕੀ ਪਾਈ ਜਾਂਦੀ ਹੈ, ਨਿੰਮ ਪਾਈ ਜਾਂਦੀ ਹੈ। ਨਿੰਮ ਕੀ ਹੈ, ਆਪਾਂ ਮੈਡੀਸਨਲ ਵੇ ਤੌਰ 'ਤੇ ਵੀ ਯੂਜ਼ ਕਰਦੇ ਹਾਂ। ਤਾਂ ਉਹ ਜਿਹੜੀ ਨਿੰਮ ਹੈ ਉਹਦਾ ਵਰਕ ਕੀ ਹੈ, ਉੱਥੇ ਮਾਈਕਰੋ ਔਰਗੈਨਿਜ਼ਮ ਨੂੰ ਪੈਦਾ ਨਾ ਹੋਣ ਦੇਣਾ। ਜੇ ਉੱਥੇ ਮਾਈਕਰੋ ਔਰਗੈਨਿਜ਼ਮ ਪ੍ਰੋਡਿਊਸ ਹੋ ਗਏ ਤਾਂ ਉਹਨਾਂ ਨੇ ਕੀ ਕਰ ਦੇਣਾ, ਸਾਰੀ ਫਸਲ ਨੂੰ ਜੋ ਗ੍ਰੇਨਸ ਨੇ ਉਹਨੂੰ ਡੈਮੇਜ ਕਰ ਦੇਣਾ। The government agencies of like Food Corporation of India FCI buy grain from farmers on large scale। ਜੋ ਆਪਣੀ ਏਜੰਸੀ FCI ਹੈ, ਉਹਦਾ ਕੰਮ ਕੀ ਹੈ, ਕਿਸਾਨਾਂ ਤੋਂ ਫਸਲਾਂ ਨੂੰ ਇੱਕ ਵੱਡੇ ਪੱਧਰ ਉੱਪਰ ਫਸਲਾਂ ਖਰੀਦਦੀਆਂ ਨੇ and store in godown so that it can be supplied through the country. The large scale storage of food grain are two ways, gunny bag or in silos. The most common method of storing food grains on large scale in fill them in gunny bags। gunny bags यूज़ ਕੀਤੇ ਜਾਂਦੇ ਨੇ ਸਟੋਰੇਜ ਕਰਨ ਵਾਸਤੇ, ਕਿਸ ਚੀਜ਼ ਦੀ, ਫੂਡ ਗ੍ਰੇਨ ਦੀ। ਸਟਿਚ ਦਾ ਮਾਊਥ ਆਫ ਗਨੀ ਬੈਗਸ। ਉਹਨਾਂ ਜਿਹੜੇ ਆਪਣੇ ਕੋਲ ਗਨੀ ਬੈਗਸ ਨੇ, ਬੋਰੀਆਂ ਨੇ, ਉਹਨਾਂ ਦਾ ਮੂੰਹ ਕੀ ਨੇ, ਸਿਉਂਤੇ ਜਾਂਦੇ ਆ ਟਾਈਟਲੀ, ਤਾਂ ਕਿ ਉਹਨਾਂ ਵਿੱਚ ਕੀ ਹੈ, ਮੋਇਸਚਰ ਕੰਟੈਂਟ ਨਾ ਪੈਦਾ ਹੋਵੇ। ਜੇ ਮੋਇਸਚਰ ਕੰਟੈਂਟ ਪੈਦਾ ਹੋ ਗਿਆ, ਉਹਦੇ ਨਾਲ ਕੀ ਹੋਏਗਾ, ਮਾਈਕਰੋ ਔਰਗੈਨਿਜ਼ਮ ਪੈਦਾ ਹੋਣਗੇ ਜੋ ਕੀ ਕਰ ਦੇਣਗੇ, ਡੈਮੇਜ ਕਰ ਦੇਣਗੇ ਫੂਡ ਗ੍ਰੇਨਸ ਨੂੰ। ਜੋ ਡਾਇਗਰਾਮਸ ਨੇ ਦੋਨੋਂ, ਫਸਟ ਡਾਇਗਰਾਮ ਦੇ ਵਿੱਚ ਕੀ, ਫੂਡ ਗ੍ਰੇਨ ਸਟੋਰਡ ਇਨ ਦਾ ਗਨੀ ਬੈਗ। ਸੈਕੰਡ ਡਾਇਗਰਾਮ ਕੀ ਹੈ, ਸਾਈਲੋਜ਼। ਜੋ ਅੱਜ ਮਾਡਰਨ ਟੈਕਨੋਲੋਜੀ ਦਾ ਦੌਰ ਚੱਲ ਰਿਹਾ, ਉਹਦੇ ਵਿੱਚ ਕੀ ਨੇ, ਸਾਈਲੋਜ਼ ਯੂਜ਼ ਕੀਤੇ ਜਾਂਦੇ ਆ, ਜਿੱਥੇ ਕੀ ਟੈਂਪਰੇਚਰ ਬਿਲਕੁਲ ਲੋ ਹੁੰਦਾ, ਠੰਡਕ ਬਹੁਤ ਜ਼ਿਆਦਾ ਹੁੰਦੀ, ਜਿੱਥੇ ਕੀ ਹੈ ਮਾਈਕਰੋ ਔਰਗੈਨਿਜ਼ਮ ਪੈਦਾ ਹੀ ਨਹੀਂ ਹੁੰਦੇ ਅਤੇ ਨਾ ਹੀ ਕੋਈ ਫੂਡ ਗ੍ਰੇਨਸ ਵਗੈਰਾ ਡੈਮੇਜ ਹੁੰਦਾ ਹੈ। In addition to gunny bags, method of storing food grain, the grain silos are also used for storing the food grain. Next है food from animal. The food provided by animal consists of milk, egg, meat, chicken. All are also examples of food provided by the animal. The food obtained from animal is very rich in protein. Protein rich food है जो अपन को animal तो food मिलता है, वो क्या होता है, protein rich food. In fact, animal food provides certain proteins which are not present in the plant food. Most of the food obtained from animals also contain a good amount of ਫੈਟ। ਜੋ ਆਪਾਂ ਫੂਡ ਮਿਲਦਾ ਆਪਾਂ ਨੂੰ ਐਨੀਮਲਸ ਤੋਂ, ਉਹਦੇ ਵਿੱਚ ਅਮਾਊਂਟ ਆਫ ਫੈਟ ਵੀ ਕੀ ਹੁੰਦੀ ਹੈ, ਵਧੀਆ ਹੁੰਦੀ ਹੈ। ਠੀਕ ਹੈ ਜੀ। ਮਿਲਕ ਯੀਲਡਿੰਗ ਐਨੀਮਲਸ ਅਤੇ ਮੀਟ ਐਂਡ ਐਗ ਯੀਲਡਿੰਗ ਐਨੀਮਲ। ਐਗਜ਼ਾਮਪਲ ਆਫ ਮਿਲਕ ਯੀਲਡਿੰਗ ਐਨੀਮਲਸ, ਕਾਓ ਹੈ, ਬਫੈਲੋ ਹੈ, ਗੋਟ। ਮੱਝ, ਗਾਂ, ਬੱਕਰੀ ਆਪਾਂ ਨੂੰ ਕੀ ਹੈ, ਦੁੱਧ ਪ੍ਰੋਵਾਈਡ ਕਰਦੀ ਹੈ। ਮਿਲਕ ਇਜ਼ ਏ ਪਰਫੈਕਟ ਨੈਚੁਰਲ ਡਾਈਟ। ਇੱਕ ਨੈਚੁਰਲ ਡਾਈਟ ਹੈ। ਮਿਲਕ ਐਂਡ ਪ੍ਰੋਡਕਟ, ਉਹਨੂੰ ਆਪਾਂ ਬੋਲਦੇ ਹਾਂ ਡੇਅਰੀ ਪ੍ਰੋਡਕਟ। ਕਿਹੜੇ ਨੇ, ਕਰਡ ਹੈ, ਚੀਜ਼ ਹੈ, ਆਲ ਆਰ ਦਾ ਮਿਲਕ ਪ੍ਰੋਡਕਟ, ਜੋ ਕੀ ਹੈ, ਮਤਲਬ ਦੁੱਧ ਤੋਂ ਆਪਾਂ ਨਿਊ ਪ੍ਰੋਡਕਟ ਤਿਆਰ ਕਰਦੇ ਹਾਂ। ਦ ਐਗਜ਼ਾਮਪਲ ਆਫ ਮੀਟ ਐਗ ਯੀਲਡਿੰਗ ਐਨੀਮਲ ਆਰ ਗੋਟ ਹੈ, ਸ਼ੀਪ ਹੈ, ਫਿਸ਼ ਹੈ, ਹੈਨ ਵਗੈਰਾ। ਨੈਕਸਟ ਹੈ ਐਨੀਮਲ ਹਸਬੈਂਡਰੀ। ਦ ਬ੍ਰਾਂਚ ਆਫ ਐਗਰੀਕਲਚਰ ਵਿੱਚ ਡੀਲ ਵਿਦ ਦਾ ਫੀਡਿੰਗ, ਸ਼ੈਲਟਰ, ਹੈਲਥ ਐਂਡ ਬਰੀਡਿੰਗ ਆਫ ਡੋਮੈਸਟਿਕ ਐਨੀਮਲਸ ਇਜ਼ ਕਾਲਡ ਐਨੀਮਲ ਹਸਬੈਂਡਰੀ। ਜਦੋਂ ਆਪਾਂ ਇੱਕ ਵੱਡੇ ਪੱਧਰ ਉੱਪਰ ਪਾਲਤੂ ਜਾਨਵਰਾਂ ਨੂੰ ਪਾਲਦੇ ਹਾਂ, ਸਪੋਜ਼ ਆਪਣੇ ਕੋਲ ਇੱਕ ਗਾਵਾਂ ਦਾ ਫਾਰਮ ਹੈ ਜਾਂ ਮੱਝਾਂ ਦਾ ਫਾਰਮ ਹੈ, ਆਪਾਂ ਉਸ ਮੱਝਾਂ ਦੇ ਫਾਰਮ ਮੱਝਾਂ ਨੂੰ ਸੰਭਾਲਦੇ ਹਾਂ, ਉਹਨਾਂ ਦੀ ਪ੍ਰੋਪਰ ਕੇਅਰ ਕਰਦੇ ਹਾਂ, ਪ੍ਰੋਪਰ ਉਹਨਾਂ ਨੂੰ ਖਾਣਾ ਦਿੰਦੇ ਹਾਂ। ਠੀਕ ਹੈ, ਪ੍ਰੋਪਰ ਮਤਲਬ ਹਰ ਇੱਕ ਤਰ੍ਹਾਂ ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਹਾਂ, ਅਤੇ ਉਹ ਆਪਾਂ ਨੂੰ ਉਹਦੇ ਬਦਲੇ ਕੀ, ਮਤਲਬ ਆਪਾਂ ਨੂੰ ਕੀ ਮਿਲਦਾ, ਦੁੱਧ ਵਗੈਰਾ ਮਿਲਦਾ। ਫਿਰ ਆਪਾਂ ਉਸ ਦੁੱਧ ਨੂੰ ਮਤਲਬ ਸੇਲ ਕਰਦੇ ਹਾਂ, ਉਹ ਤੋਂ ਆਪਾਂ ਨੂੰ ਕੀ, ਆਪਣੀ ਇਕਨੋਮਿਕ ਇੰਪੋਰਟੈਂਸ ਉੱਥੇ ਕ੍ਰੀਏਟ ਹੁੰਦੀ ਹੈ। ਉਸ ਪੂਰੀ ਪ੍ਰੋਸੈਸ ਨੂੰ, ਪੂਰੀ ਕਿਰਿਆ ਨੂੰ ਕੀ ਬੋਲਦੇ ਹਾਂ ਆਪਾਂ, ਐਨੀਮਲ ਹਸਬੈਂਡਰੀ।
ਉਹਦੇ ਲਈ ਆਪਾਂ ਨੂੰ ਕੀ ਚਾਹੀਦਾ, ਪ੍ਰੋਪਰ ਫੀਡਿੰਗ ਆਫ ਐਨੀਮਲ, ਉਹਨਾਂ ਦੇ ਖੁਰਾਕ ਦਾ ਧਿਆਨ ਰੱਖਣਾ ਪਵੇਗਾ। ਪ੍ਰੋਪਰ ਸ਼ੈਲਟਰ ਮੀਨ ਉਹਨਾਂ ਨੂੰ ਆਪਾਂ ਕਿੱਥੇ ਰੱਖਣਾ ਹੈ, ਸ਼ੈੱਡ ਵਗੈਰਾ ਦੇ ਵਿੱਚ। ਪ੍ਰੀਵੈਂਸ਼ਨ ਐਂਡ ਕਿਉਰ ਆਫ ਐਨੀਮਲ, ਡਿਸੀਜ਼ਜ਼ ਤੋਂ ਬਚਾਉਣਾ ਪਵੇਗਾ। ਪ੍ਰੋਪਰ ਬਰੀਡਿੰਗ ਕਰਵਾਉਣੀ ਪਏਗੀ। ਫਿਸ਼ ਐਜ਼ ਫੂਡ, ਫਿਸ਼ ਇਜ਼ ਐਨ ਇੰਪੋਰਟੈਂਟ ਸੋਰਸ ਆਫ ਐਨੀਮਲ ਫੂਡ। ਫਿਸ਼ ਕੀ ਹੈ, ਇੱਕ ਐਨੀਮਲ ਇੰਪੋਰਟੈਂਟ ਐਨੀਮਲ ਸੋਰਸ ਹੈ ਫੂਡ ਦਾ। ਮੈਨੀ ਪੀਪਲ ਲਿਵਿੰਗ ਇਨ ਦਾ ਕੋਸਟਲ ਏਰੀਆ, ਬਹੁਤ